ਭਾਜੀ ਹੁਣ ਗੱਲ ਕਰਦੇ ਹਾਂ ਜਿਵੇਂ ਬੱਚਿਆਂ ਦੀ ਓਬੇਸਿਟੀ ਅੱਜ ਕੱਲ੍ਹ ਵੱਧਦੀ ਜਾ ਰਹੀ ਹੈਗੀ ਹੈ। ਤੁਸੀਂ ਉਹਨਾਂ ਪੇਰੈਂਟਸ ਲਈ ਕੀ ਸੁਜੈਸਟ ਕਰਦੇ ਹੋ? ਮੈਂ ਉਹਨਾਂ ਦੇ ਪੇਰੈਂਟਸ ਵਾਸਤੇ ਇਹ ਸੁਜੈਸਟ ਕਰਦਾ ਕਿ ਜਿੱਦਾਂ ਟੀਨੇਜਰਸ ਹੈ, ਉਹ ਏਜ ਵਿੱਚ ਬੱਚਿਆਂ ਦੀ ਗਰੋਥ ਸਭ ਤੋਂ ਜ਼ਿਆਦਾ ਹੁੰਦੀ ਹੈ। ਹਾਂਜੀ 10 to 18 ਈਅਰਸ ਦਾ ਜਿਹੜਾ ਏਜ ਗਰੁੱਪ ਹੈ ਨਾ, ਇਹਦੇ ਵਿੱਚ ਬੋਨਸ, ਆਰਗਨਸ, ਮਸਲਸ ਉਹ ਸਭ ਤੋਂ ਜ਼ਿਆਦਾ ਗਰੋ ਕਰਦੇ ਆ। ਅਤੇ ਜੇ ਉਹਨਾਂ ਨੇ ਇਸ ਏਜ ਵਿੱਚ ਹੈਲਦੀ ਖਾਧਾ ਤਾਂ ਉਹਨਾਂ ਦੀ ਸਾਰੀ ਉਮਰ ਕੰਮ ਆਊਗਾ। ਜੇ ਇਸ ਏਜ ਵਿੱਚ ਉਹਨਾਂ ਨੇ ਹੈਲਦੀ ਨਹੀਂ ਖਾਧਾ ਤਾਂ ਉਹਨਾਂ ਨੂੰ ਸਾਰੀ ਲਾਈਫ ਕੋਈ ਨਾ ਕੋਈ ਹੈਲਥ ਇਸ਼ੂ ਜਾਂ ਕਿਸੇ ਨਾ ਕਿਸੇ ਚੀਜ਼ ਦਾ ਇਸ਼ੂ ਆਉਂਦਾ ਹੀ ਰਹਿਣਾ। ਬਿਕੋਜ਼ ਹੁਣ ਆਪਣੇ ਜਿਹੜੇ ਬਜ਼ੁਰਗ ਹੈ, ਜਦੋਂ ਆਪਾਂ ਉਹਨਾਂ ਦੀ ਗੱਲ ਕਰੀਏ, ਆਪਾਂ ਉਹਨਾਂ ਦੀ ਇਹ ਗੱਲ ਕਰਦੇ ਕਿ ਉਹਨਾਂ ਨੇ ਆਪਣੀ ਏਜ ਵਿੱਚ ਵਧੀਆ ਖਾਣਾ ਖਾਧਾ ਹੋਇਆ ਤਾਂ ਹੀ ਉਹ ਐਕਟਿਵ ਰਹਿੰਦੇ ਆ। ਹਾਂਜੀ ਤਾਂ ਤੁਸੀਂ ਦੇਖਿਆ ਹੋਣਾ ਜਿੰਨੇ ਟੀਨੇਜਰਸ ਹੈ ਉਹ ਹਮੇਸ਼ਾ ਲੇਜ਼ੀ ਹੈ ਜਾਂ ਉਹ ਲਿਥਾਰਜਿਕ ਰਹਿੰਦੇ ਆ ਅਤੇ ਕੋਈ ਕੰਮ ਕਰਨ ਨੂੰ ਉਹਨਾਂ ਦਾ ਜੀਅ ਨਹੀਂ ਕਰਦਾ। ਦਿਸ ਇਜ਼ ਜਸਟ ਬਿਕੋਜ਼ ਆਫ ਦੇਅਰ ਈਟਿੰਗ ਪੈਟਰਨ। ਜੇ ਉਹ ਹੈਲਦੀ ਖਾਣਾ ਖਾਣਗੇ, ਉਹ ਐਕਟਿਵ ਰਹਿਣਗੇ, ਉਹਨਾਂ ਦੀ ਪੜ੍ਹਾਈ 'ਚ ਵੀ ਵਧੀਆ ਧਿਆਨ ਲੱਗੂਗਾ, ਐਫੀਸ਼ੀਐਂਸੀ ਵੀ ਵਧੀਆ ਹੋਊਗੀ ਅਤੇ ਉਹਨਾਂ ਦੀ ਡਿਵੈਲਪਮੈਂਟ ਵੀ ਵਧੀਆ ਹੋਊਗੀ। ਤਾਂ ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ ਔਰ ਤੰਦਰੁਸਤ ਦੇਖਣਾ ਚਾਹੁੰਦੇ ਹੋ ਫॉर देयर ਹੋਲ ਲਾਈਫ, ਤਾਂ ਉਹਨਾਂ ਨੂੰ ਹੈਲਦੀ ਈਟਿੰਗ ਪੈਟਰਨ 'ਤੇ ਸ਼ਿਫਟ ਕਰਨਾ ਹੀ ਪੈਣਾ। ਭਾਜੀ ਤੁਸੀਂ ਉਹਨੇ ਕਹਿ ਵੀ ਰਹੇ ਸੀ ਕਿ ਵੀ ਜਿਹੜੀ ਤੁਹਾਡੀ ਸ਼ੁਰੂਆਤ ਹੈ ਉਹ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਪੇਰੈਂਟਸ ਨਹੀਂ ਖਾਣਗੇ ਤਾਂ ਬੱਚੇ ਆਪੇ ਹੀ ਹਾਂਜੀ ਸਿੱਧੇ ਹੋ ਜਾਂਦੇ ਆ। ਬਟ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਬੱਚੇ ਨਾ ਇੰਡੀਪੈਂਡੈਂਟ ਹੋ ਗਏ, ਹਾਂਜੀ ਉਹਨਾਂ ਨੂੰ ਫਰੀਡਮ ਚਾਹੀਦਾ। ਹੁਣ ਅਸੀਂ ਗੱਲ ਕਰ ਰਹੇ ਹਾਂ 10 ਤੋਂ ਉੱਤੋਂ ਹਾਂਜੀ ਜਿਹੜੇ ਬੱਚੇ ਹੈਗੇ, ਅਤੇ ਹੁੰਦਾ ਕੀ ਹੈਗਾ, ਘਰ ਤੇ ਚਲੋ ਅਸੀਂ ਸਾਂਭ ਲੈਂਦੇ ਹਾਂ, ਬਟ ਜਿਹੜਾ ਬੱਚਾ ਹੁਣ ਟਿਊਸ਼ਨ ਪੜ੍ਹਨ ਜਾਂਦਾ ਹੈ ਜਾਂ ਫਰੈਂਡਸ ਦੇ ਨਾਲ ਘੁੰਮਦਾ, 14-15 ਸਾਲ ਦਾ ਬੱਚਾ ਕੋਈ ਵੀ ਹੋਏ, ਉਹ ਫਰੈਂਡਸ ਦੇ ਨਾਲ ਖਾ ਲੈਂਦੇ, ਉਹ ਅਸੀਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ? ਬਰਗਰ, ਪੀਜ਼ਾ, ਚਾਕਲੇਟਸ, ਟੌਫੀਜ਼। ਅੱਜ ਕੱਲ੍ਹ ਪੇਰੈਂਟਸ ਇਹਨੇ ਨਾ, ਪਹਿਲੇ ਕੀ ਹੁੰਦਾ ਸੀ ਕਿ ਪੇਰੈਂਟਸ ਨੂੰ ਪਤਾ ਵੀ ਨਹੀਂ ਹੁੰਦਾ ਸੀ ਬੱਚੇ ਕਿੱਥੇ ਹੈਗੇ ਕਿੱਥੇ ਨਹੀਂ ਹੈਗੇ। ਅੱਜ ਦੀ ਡੇਟ ਦੇ ਵਿੱਚ ਪੇਰੈਂਟਸ ਕਾਫੀ ਜ਼ਿਆਦਾ ਓਵਰ ਪੋਜੈਸਿਵ, ਪ੍ਰੋਟੈਕਟਿਵ ਹੋ ਗਏ ਆਪਣੇ ਬੱਚਿਆਂ ਦੇ ਲਈ, ਅਤੇ ਉਹ ਪੇਰੈਂਟਸ ਕਿਸ ਤਰ੍ਹਾਂ ਉਹਨੂੰ ਕੰਟਰੋਲ ਕਰ ਸਕਦੇ? ਇਹਦਾ ਨਾ ਜਿਹੜਾ ਰੀਜ਼ਨ ਹੈਗਾ ਕਿ ਬੱਚਿਆਂ ਦੀ ਜਿਹੜੀ ਹੈਲਥ ਖਰਾਬ ਹੋ ਰਹੀ ਹੈ ਜਸਟ ਬਿਕੋਜ਼ ਪੇਰੈਂਟਸ ਅੱਜ ਕੱਲ੍ਹ ਓਵਰ ਪ੍ਰੋਟੈਕਟਿਵ ਹੋ ਗਏ ਕਿ ਐਵਰੀਥਿੰਗ ਇਜ਼ ਅਵੇਲੇਬਲ ਔਨ ਜਸਟ ਵਨ ਕਲਿੱਕ। ਉਹੀ ਜੇ ਪੇਰੈਂਟਸ ਥੋੜ੍ਹਾ ਜਿਹਾ ਸਟ੍ਰਿਕਟ ਹੋਣ ਆਪਣੇ ਬੱਚਿਆਂ ਨੂੰ ਦੇਖ ਕੇ, ਕੀ ਹੁੰਦਾ ਬੱਚਿਆਂ ਦੀ ਜਿਹੜੀ ਹੈਬਿਟਸ ਹੈ ਉਹ 4 to 5 ਈਅਰਸ ਦੀ ਏਜ ਵਿੱਚ ਬਣਨੀਆਂ ਸ਼ੁਰੂ ਹੋ ਜਾਂਦੀਆਂ। ਤਾਂ ਜੇ ਉਹਨਾਂ ਨੂੰ ਉਸੇ ਟਾਈਮ ਉਹਨਾਂ ਦੀਆਂ ਹੈਬਿਟਸ ਤੁਸੀਂ ਇੰਪਰੂਵ ਕਰਨੀ ਸ਼ੁਰੂ ਕਰ ਦਿਓ ਤਾਂ ਉਹ ਬਾਅਦ 'ਚ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ। ਆਈ ਹੈਵ ਸੀਨ ਨੰਬਰ ਆਫ ਕਿਡਸ ਹੂ ਆਰ 18 or 20 ਤੇ they are afraid of eating vegetables, they are afraid of eating fruits, they are afraid of drinking water just because ਉਹਨਾਂ ਦੀ ਉਹ ਹੈਬਿਟ ਹੀ ਨਹੀਂ ਬਣੀ। ਜੇ ਆਪਾਂ ਉਹ ਛੋਟੀ ਏਜ ਵਿੱਚ ਉਹਨਾਂ ਦੀਆਂ ਉਹ ਹੈਬਿਟਸ ਸੁਧਾਰਨੀਆਂ ਸ਼ੁਰੂ ਕਰ ਦਈਏ ਤਾਂ ਉਹ 10 ਈਅਰਸ ਦੇ ਹੋਣ, 12 ਦੇ ਹੋਣ, 18 ਦੇ ਹੋਣ ਤਾਂ ਉਹਨਾਂ ਨੂੰ ਇੰਨੀ ਪ੍ਰੋਬਲਮ ਨਹੀਂ ਫੇਸ ਕਰਨੀ। ਭਾਜੀ ਇੱਕ ਨੋਰਮਲ ਬੰਦੇ ਲਈ ਜਿਹੜਾ ਐਕਸਰਸਾਈਜ਼ ਕਰਦਾ, ਨੋਰਮਲ ਲੈਟਸ ਸੇ ਜਿਮ ਜਾਂਦਾ ਹੈ, ਅੱਧਾ ਘੰਟਾ ਟ੍ਰੈਡਮਿਲ ਕਰ ਲਈ, ਅੱਧਾ ਘੰਟਾ ਸਟਰੈਂਥ ਟ੍ਰੇਨਿੰਗ ਕਰ ਲਈ, ਅਤੇ ਉਹਦੇ ਲਈ ਤੁਸੀਂ ਕੀ ਪਰਸੈਂਟੇਜ ਡਿਵਾਈਡ ਕਰਦੇ ਹੋ? ਕਿੰਨਾ ਉਹਨੂੰ ਪ੍ਰੋਟੀਨ ਚਾਹੀਦਾ ਹੈ, ਕਿੰਨਾ ਕਾਰਬੋਹਾਈਡਰੇਟ ਚਾਹੀਦਾ ਹੈ? ਇਹ ਡਿਪੈਂਡ ਕਰਦਾ ਵੇਟ 'ਤੇ। ਆਪਾਂ ਹਮੇਸ਼ਾ ਇੰਟਰਨੈਟ 'ਤੇ ਕਹਿੰਦੇ ਹਾਂ ਕਿ 2 ਗ੍ਰਾਮਸ ਪਰ kg ਪ੍ਰੋਟੀਨ ਚਾਹੀਦਾ ਸਾਰਿਆਂ ਨੂੰ, ਬਟ ਸਾਰਿਆਂ ਨੂੰ ਉਹਨਾਂ ਡਾਈਜੈਸਟ ਹੀ ਨਹੀਂ ਹੁੰਦਾ। ਕਰੈਕਟ। ਠੀਕ ਹੈ, ਤਾਂ ਇਸ ਕਰਕੇ ਪਹਿਲਾਂ ਤਾਂ ਡਾਈਜੈਸਟਿਵ ਸਿਸਟਮ ਓਨਾ ਕੁ ਸਟਰੋਂਗ ਹੋਣਾ ਚਾਹੀਦਾ ਕਿ ਤੁਸੀਂ 2 ਗ੍ਰਾਮਸ ਪਰ kg ਪ੍ਰੋਟੀਨ ਡਾਈਜੈਸਟ ਕਰ ਸਕੋ। ਕੀ ਹੁੰਦਾ ਸਾਰਿਆਂ ਨੂੰ ਕਨਫਿਊਜ਼ ਕੀਤਾ ਜਾ ਰਿਹਾ। ਮੈਂ ਰਿਕਮੈਂਡ ਕਰਦਾ ਕਿ ਜਿਹਦਾ ਸੈਡੈਂਟਰੀ ਲਾਈਫ ਸਟਾਈਲ ਹੈ 50 to 60 ਗ੍ਰਾਮ ਇਜ਼ ਮੋਰ ਦੈਨ ਸਫੀਸ਼ੈਂਟ ਫॉर ਅ ਪਰਸਨ ਹੂ ਇਜ਼ ਜਿਹਦਾ weight 80 kgs ਹੈ। ਜੇ ਉਹ ਵਰਕਆਊਟ ਕਰ ਰਿਹਾ ਤਾਂ ਆਈ ਥਿੰਕ 80 ਗ੍ਰਾਮਸ ਪਰ ਡੇ ਇਜ਼ ਮੋਰ ਦੈਨ ਸਫੀਸ਼ੈਂਟ। ਅਤੇ ਉਹਨਾਂ ਦੇ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ ਭਾਜੀ, ਜਿਨ੍ਹਾਂ ਨੂੰ ਡਾਈਜੈਸਟਿਵ ਇਸ਼ੂਜ਼ ਹੈਗੇ ਅਤੇ ਪ੍ਰੋਟੀਨ ਨੂੰ ਉਹ ਡਾਈਜੈਸਟ ਨਹੀਂ ਕਰ ਪਾਉਂਦੇ? ਉਹਨਾਂ ਵਾਸਤੇ ਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਕੰਬੀਨੇਸ਼ਨ ਹੈ, ਫੂਡ ਦਾ ਕੰਬੀਨੇਸ਼ਨ ਹੈ, ਉਹ ਸਹੀ ਹੋਣਾ ਚਾਹੀਦਾ। ਬਿਕੋਜ਼ ਸਾਰਿਆਂ ਵਾਸਤੇ ਸਾਰੀਆਂ ਚੀਜ਼ਾਂ ਨਹੀਂ ਬਣੀਆਂ। ਅਸੀਂ ਪਹਿਲਾਂ ਸਟੱਡੀ ਕਰਦੇ ਹਾਂ ਕਿ ਉਹਨਾਂ ਦੀ ਬੋਡੀ ਨੂੰ ਕੀ ਸੂਟ ਕਰਦਾ, ਕੀ ਨਹੀਂ ਕਰਦਾ, ਤਾਂ ਉਸ ਹਿਸਾਬ ਨਾਲ ਅਸੀਂ ਡਾਈਟ ਪਲਾਨ ਕਰਦੇ ਹਾਂ। ਅਤੇ ਉਸ ਤੋਂ ਬਾਅਦ ਬਹੁਤ ਇੱਦਾਂ ਦੇ ਹੈਗੇ ਆ, ਤੁਸੀਂ ਯੋਗਰਟ ਐਡ ਕਰ ਲਓ, ਇਟ ਇਜ਼ ਵੈਰੀ ਗੁੱਡ ਫॉर ਡਾਈਜੈਸ਼ਨ। ਫਿਰ ਜਿਨ੍ਹਾਂ ਨੂੰ ਪ੍ਰੋਟੀਨ ਨਹੀਂ ਡਾਈਜੈਸਟ ਹੁੰਦਾ ਉਹ ਪਾਈਨਐਪਲ ਵੀ ਐਡ ਕਰ ਸਕਦੇ ਆ। ਤਾਂ ਇੱਦਾਂ ਦੀਆਂ ਬਹੁਤ ਚੀਜ਼ਾਂ ਬਣੀਆਂ ਕਿ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਕਰਕੇ ਤੁਸੀਂ ਆਪਣੀ ਡਾਈਟ 'ਚ ਐਡ ਕਰ ਲਓ ਅਤੇ ਉਹ ਡਾਈਜੈਸ਼ਨ ਈਜ਼ੀ ਹੋ ਜਾਂਦੀ। ਪ੍ਰੋਟੀਨ ਨੂੰ ਹੀ ਲੈ ਕੇ ਭਾਜੀ ਹੋਰ ਮੈਂ ਵੀ ਇੰਟਰਨੈਟ 'ਚ ਹੀ ਪੜ੍ਹ ਕੇ ਜਾਂ
ਗੂਗਲ 'ਚ ਹੀ ਲੱਭ ਕੇ ਮੇਰੇ ਦਿਮਾਗ 'ਚ ਇੱਕ ਕੁਐਸਚਨ ਹੈਗਾ ਕਿ ਮੈਂ ਕਿਤੇ ਸੁਣਿਆ ਸੀ ਕਿ ਜੇ ਤੁਸੀਂ ਵੇ ਪ੍ਰੋਟੀਨ ਜਿਹੜਾ ਲੈਂਦੇ ਹੋ, ਜੇ ਤੁਸੀਂ 2 ਸਕੂਪ ਲੈ ਲਓ ਜਾਂ 1 ਸਕੂਪ ਤੋਂ ਵੱਧ ਲੈ ਲਓ ਤੇ ਉਹ ਡਾਈਜੈਸਟ ਇੱਕ ਵਾਰੀ ਨਹੀਂ ਹੋ ਸਕਦਾ, ਜਿੱਦਾਂ ਡਾਈਜੈਸਟਿਵ ਸਿਸਟਮ ਵੀ ਨਾਰਮਲ ਹੈਗਾ, ਹਾਂਜੀ ਇਦਾਂ ਦਾ ਹੈਗਾ? ਹਾਂਜੀ ਦੇਖੋ ਆਪਾਂ ਬਾਡੀ ਨੂੰ ਪ੍ਰੋਟੀਨ ਉਨਾ ਕੁ ਦੇਣਾ ਜਿੰਨਾ ਬਾਡੀ ਤੋਂ ਆਪਾਂ ਕੰਮ ਲਿਆ। ਹਾਂਜੀ। ਹੁਣ ਬਹੁਤ ਜਣੇ ਅੱਜ ਦੇ ਟਾਈਮ 'ਚ ਕੀ ਕਰਦੇ, ਉਹਨਾਂ ਨੇ ਕੋਈ ਵਰਕਆਊਟ ਨਹੀਂ ਕੀਤਾ, ਸੈਡੈਂਟਰੀ ਲਾਈਫਸਟਾਈਲ ਹੈ, ਦੇ ਆਰ ਸਟਿਲ ਟੇਕਿੰਗ ਵੇ ਪ੍ਰੋਟੀਨ। ਤੁਸੀਂ ਬਹੁਤ ਵਧੀਆ ਵਰਕਆਊਟ ਕਰ ਰਹੇ ਹੋ, ਸਟੈਨਸ ਵਰਕਆਊਟ ਕਰ ਰਹੇ ਹੋ, ਤਾਂ ਤੁਸੀਂ ਸਪਲੀਮੈਂਟ ਲੈ ਸਕਦੇ ਹੋ, ਨਹੀਂ ਤਾਂ ਸਪਲੀਮੈਂਟੇਸ਼ਨ ਦੀ ਬਾਡੀ ਨੂੰ ਲੋੜ ਨਹੀਂ ਪੈਂਦੀ। ਨਹੀਂ, ਜੇ ਮੈਂ ਕਹਿ ਰਿਹਾ ਕੋਈ ਬੰਦਾ ਹੈ ਜਿਹੜਾ ਸਟਰੈਂਥ ਟ੍ਰੇਨਿੰਗ ਵੀ ਵਧੀਆ ਕਰ ਰਿਹਾ ਹੈ, ਕਾਰਡੀਓ ਵੀ ਵਧੀਆ ਕਰ ਰਿਹਾ ਹੈ, ਉਹ ਕੀ ਟ੍ਰੇਨਿੰਗ ਦੇ ਬਾਅਦ 2 ਸਕੂਪ ਇਕੱਠੇ ਲੈ ਸਕਦਾ ਹੈ ਕਿ ਨਹੀਂ ਲੈ ਸਕਦਾ? ਨਹੀਂ, ਉਹਨਾਂ ਬਾਡੀ ਡਾਈਜੈਸਟ ਹੀ ਨਹੀਂ ਨਹੀਂ ਕਰਦੀ। ਤੇ ਬਾਕੀ ਇਹ ਹੈ ਕਿ ਹੁਣ ਜੇ ਕਿਸੇ ਦਾ weight ਹੀ 150 kgs ਹੈਗਾ, 160 kgs ਹੈਗਾ, ਉਹ ਤਾਂ 2 ਸਕੂਪ ਐਬਜ਼ੌਰਬ ਕਰ ਸਕਦਾ ਹੈ। ਬਟ Okay. ਹੁਣ ਜਿਹਦਾ weight ਹੀ 70 to 80 kgs ਹੈ ਜਾਂ 90 kgs ਹੈ, ਆਈ ਥਿੰਕ 1 ਸਕੂਪ ਇਜ਼ ਮੋਰ ਦੈਨ ਸਫੀਸ਼ੀਐਂਟ। ਬਾਕੀ ਡਿਪੈਂਡ ਕਰਦਾ ਤੁਹਾਡਾ ਵਰਕਆਊਟ ਕਿੰਨਾ ਹੈ। ਹੁਣ ਤੁਸੀਂ 2-3 ਘੰਟੇ ਜਿਮ ਚਲਾ ਰਹੇ ਹੋ ਤਾਂ ਓਬਵੀਅਸਲੀ ਤੁਸੀਂ 1.5 ਸਕੂਪ ਤੱਕ ਜਾ ਸਕਦੇ ਹੋ। ਤੇ ਇੱਕ ਟਾਈਮ 'ਚ ਤੁਸੀਂ ਬੋਡੀ ਕਿੰਨਾ ਭਾਜੀ ਡਾਈਜੈਸਟ ਕਰ ਸਕਦੀ ਹੈ ਪ੍ਰੋਟੀਨ? ਬਾਡੀ ਐਟਲੀਸਟ 35 to 40 ਗ੍ਰਾਮਸ ਇੰਨਾ ਗੋ ਕਰ ਸਕਦੀ ਹੈ ਐਟ ਵਨ ਸਿੰਗਲ ਹਾਂਜੀ। ਡੋ। ਓਕੇ ਭਾਜੀ, ਹੁਣ ਥੋੜਾ ਗੱਲ ਕਰਦੇ ਆ ਨਾਰਮਲ ਬੰਦਿਆਂ ਦੀ, ਜਿਹੜੀ 9 to 6 ਸੈਡੈਂਟਰੀ ਲਾਈਫਸਟਾਈਲ ਜਿਹਨਾਂ ਦਾ ਹੈਗਾ। ਤੇ ਮਤਲਬ ਆਉਣ ਤੋਂ ਪਹਿਲਾਂ ਵੀ ਮੈਂ ਵੀ ਕੁਝ ਰਿਸਰਚ ਤੇ ਕਾਫੀ ਲੋਕਾਂ ਤੋਂ ਕੁਝ ਪੁੱਛ ਕੇ ਆਇਆ ਕਿ ਵੀ ਤੁਸੀਂ ਕੀ ਸਮਝਣਾ ਚਾਹੁੰਦੇ ਹੋ ਜੇ ਤੁਹਾਡੇ ਕੋਲ ਕੋਈ ਨਿਊਟ੍ਰੀਸ਼ਨਿਸਟ ਆ, ਤੇ ਤੁਸੀਂ ਇਹ ਦੱਸੋ ਕਿ ਜਿਹੜੇ ਬੰਦੇ ਹਰ ਸਮੇਂ ਲੈਥਾਰਜਿਕ ਤੇ ਲੋ ਔਨ એનર્ਜੀ ਫੀਲ ਕਰਦੇ, ਉਹਨਾਂ ਦੇ ਲਈ ਤੁਹਾਡੀ ਕੀ ਸੁਜੈਸ਼ਨ ਹੈ, ਕੀ ਐਡਵਾਈਸ ਹੈ ਤੁਸੀਂ ਦੇ ਸਕਦੇ? ਸਭ ਤੋਂ ਪਹਿਲਾਂ ਤਾਂ ਹਾਈਡ੍ਰੇਸ਼ਨ ਇਜ਼ ਦ ਮੋਸਟ ਇੰਪੋਰਟੈਂਟ ਪਾਰਟ। ਓਕੇ। ਦੇ ਆਰ ਨਾਟ ਡਰਿੰਕਿੰਗ ਸਫੀਸ਼ੀਐਂਟ ਅਮਾਊਂਟ ਆਫ ਵਾਟਰ ਥਰੂ ਦ ਡੇ। ਫਿਰ ਉਸ ਤੋਂ ਬਾਅਦ ਬਹੁਤ ਜਣੇ ਜਿਹੜੇ ਜਿਨ੍ਹਾਂ ਦਾ ਆਫਿਸ ਟਾਈਮਿੰਗਸ 9 to 6 ਹੈ, ਦੇ ਆਰ ਆਲਵੇਜ਼ ਇਨ ਰਸ਼, ਕਿ ਉਹ ਇੰਨੇ ਰਸ਼ ਵਿੱਚ ਹੁੰਦੇ ਆ, 8 ਵਜੇ ਉੱਠੇ 9 ਵਜੇ ਆਫਿਸ ਪਹੁੰਚਣਾ, ਤਾਂ ਦੇ ਯੂਜਲੀ ਸਕਿਪ ਦੇਅਰ ਬ੍ਰੇਕਫਾਸਟ। ਤਾਂ ਮੇਰਾ ਕਹਿਣਾ ਇਹ ਹੈ ਕਿ ਬ੍ਰੇਕਫਾਸਟ ਇਜ਼ ਦੀ ਮੋਸਟ ਇੰਪੋਰਟੈਂਟ ਮੀਲ ਆਫ ਦ ਡੇ। ਓਕੇ। ਤਾਂ ਉਹ ਕਦੇ ਵੀ ਕਿਸੇ ਨੂੰ ਸਕਿਪ ਨਹੀਂ ਕਰਨੀ ਚਾਹੀਦੀ। ਉਸ ਤੋਂ ਬਾਅਦ ਦੇ ਸ਼ੁੱਡ ਹੈਵ ਵਨ ਔਰ ਦੀ ਅਦਰ ਥਿੰਗ ਐਵਰੀ 2 to 3 ਆਵਰਸ। ਉਹਦੇ ਨਾਲ ਕੀ ਹੈ ਕਿ ਬਾਡੀ ਨੂੰ ਟਾਈਮ ਤੇ એનર્ਜੀ ਮਿਲਦੀ ਰਹਿੰਦੀ ਹੈ ਐਂਡ ਦੇ ਫੀਲ ਐਕਟਿਵ। ਤੇ ਭਾਜੀ, ਪਾਣੀ ਦੇ ਬਾਰੇ ਗੱਲ ਹੋਈ ਹੈ, ਇੱਕ ਬੰਦੇ ਨੂੰ ਨਾਰਮਲੀ ਕਿੰਨਾ ਪਾਣੀ ਕੰਜ਼ਿਊਮ ਕਰਨਾ ਚਾਹੀਦਾ ਪਰ ਡੇ? ਇਟ ਵੇਰੀਜ਼ ਫਰਮ ਪਰਸਨ ਟੂ ਪਰਸਨ। ਜੇ ਕੋਈ ਵਰਕਆਊਟ ਕਰ ਰਿਹਾ ਹੈ ਤਾਂ ਉਹਦੇ ਵਿੱਚ ਉਹਨਾਂ ਦਾ ਸਵੈਟ ਲਾਸ ਕਿੰਨਾ ਹੋਇਆ ਜਾਂ ਉਹਨਾਂ ਨੂੰ ਕਿੰਨੇ ਪਾਣੀ ਦੀ ਲੋੜ ਹੈ, ਉਹਨਾਂ ਦੀ ਕੈਲਕੂਲੇਸ਼ਨ ਉਹਦੇ ਅਕੋਰਡਿੰਗ ਹੁੰਦੀ ਹੈ। ਯੂਜਲੀ ਫॉर ਅ ਨਾਰਮਲ ਪਰਸਨ 2 to 3 ਲੀਟਰਸ ਅ ਡੇ ਇਜ਼ ਮੋਰ ਦੈਨ ਸਫੀਸ਼ੀਐਂਟ। ਇਜ਼ ਮੋਰ ਦੈਨ ਸਫੀਸ਼ੀਐਂਟ। ਓਕੇ। ਮੈਂ ਇਹ ਵੀ ਦੇਖਦਾ ਭਾਜੀ, ਜਿਹੜੇ ਬੰਦੇ ਸੈਡੈਂਟਰੀ ਲਾਈਫਸਟਾਈਲ ਜੀ ਰਹੇ ਹੈਗੇ ਫਿਰ ਵੀ ਉਹਨਾਂ ਦਾ weight ਘੱਟ ਨਹੀਂ ਹੋ ਰਿਹਾ, ਤੇ ਉਹ ਕੀ ਕਰਦੇ ਹੈਗੇ ਕਿ ਇੰਟਰਮਿਟੈਂਟ ਫਾਸਟਿੰਗ ਤੇ ਚੱਲ ਜਾਂਦੇ ਹੈਗੇ। ਤੁਸੀਂ ਹੁਣ ਥੋੜਾ ਇੰਟਰਮਿਟੈਂਟ ਫਾਸਟਿੰਗ ਬਾਰੇ ਦੱਸੋ, ਤੁਹਾਡੇ ਹਿਸਾਬ ਨਾਲ ਉਹ ਠੀਕ ਹੈ ਕਰਨਾ? although intermittent fasting is healthy, ਠੀਕ ਹੈ, but according to me ਆਪਾਂ ਨੂੰ ਡਾਈਟ ਪੈਟਰਨ ਉਹ ਫੋਲੋ ਕਰਨਾ ਚਾਹੀਦਾ ਜਿਹੜਾ ਆਪਾਂ ਲਾਈਫ ਲੌਂਗ ਕਰ ਸਕਦੇ ਹਾਂ। ਓਕੇ। ਠੀਕ ਹੈ, ਬਹੁਤ ਜਣੇ ਇੰਟਰਮਿਟੈਂਟ ਫਾਸਟਿੰਗ ਕਰਦੇ ਆ, 2 ਮਹੀਨੇ ਵਾਸਤੇ ਕਰ ਲਈ, 3 ਮਹੀਨੇ ਵਾਸਤੇ ਕਰ ਲਈ, ਹੈ ਨਾ, ਬਟ ਐਜ਼ ਲੌਂਗ ਐਜ਼ ਦੇ ਆਰ ਔਨ ਇੰਟਰਮਿਟੈਂਟ ਫਾਸਟਿੰਗ ਉਹਨਾਂ ਦੇ ਰਿਜ਼ਲਟ ਆਉਂਦੇ ਰਹਿੰਦੇ ਆ। ਬਟ ਵਾਂਸ ਦੇ ਸ਼ਿਫਟ ਟੂ ਨਾਰਮਲ ਈਟਿੰਗ ਪੈਟਰਨ, ਜਿਹੜਾ weight ਹੈ ਉਹ ਡਬਲ ਸਪੀਡ ਨਾਲ ਵੱਧਦਾ, ਤਾਂ ਉਹਨੂੰ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਫਿਰ ਤੁਸੀਂ ਹਮੇਸ਼ਾ ਕੀ ਹੁੰਦਾ ਹੈ, ਇੱਕ ਸਾਈਕਲ 'ਚ ਫਸੇ ਰਹਿੰਦੇ ਹੋ ਕਿ ਕਦੇ weight ਇਨਕਰੀਜ਼ ਹੋ ਗਿਆ, ਕਦੇ weight ਘੱਟ ਕਰ ਲਿਆ। ਉਹਦੇ ਨਾਲੋਂ ਜੇ ਤੁਸੀਂ ਨਾਰਮਲ ਈਟਿੰਗ ਪੈਟਰਨ ਫੋਲੋ ਕਰਕੇ weight loss ਕਰ ਸਕਦੇ ਹੋ ਤਾਂ ਉਹ ਫੋਲੋ ਕਰਨਾ ਚਾਹੀਦਾ। ਤੇ ਤੁਸੀਂ ਰეკਮੈਂਡ ਕਰਦੇ ਹੋ ਕਿ ਤੁਸੀਂ ਨਾਰਮਲੀ ਆਪਣਾ weight ਘਟਾਓ, ਨਾ ਕਿ ਇੰਟਰਮਿਟੈਂਟ ਫਾਸਟਿੰਗ? ਮੈਂ ਕਹਿੰਦਾ ਕਿ ਤੁਸੀਂ ਇੰਟਰਮਿਟੈਂਟ ਫਾਸਟਿੰਗ ਕਰ ਲਓ, ਜਾਂ ਤਾਂ ਤੁਸੀਂ ਪੂਰੀ ਲਾਈਫ ਉਹ ਪੈਟਰਨ ਫੋਲੋ ਕਰ ਸਕਦੇ ਹੋ, ਫਿਰ ਤਾਂ ਬਹੁਤ ਵਧੀਆ। ਬਟ ਜੇ ਤੁਸੀਂ ਕਹਿੰਦੇ ਕਿ ਉਹਨੂੰ ਟੈਂਪਰੇਰੀ ਫੋਲੋ ਕਰਕੇ weight loss ਕਰ ਲਿਆ, ਫਿਰ ਉਹਦਾ ਕੋਈ ਫਾਇਦਾ ਨਹੀਂ। weight ਨਾਲ ਦੀ ਨਾਲ ਤੁਹਾਡਾ ਰੀਬਾਊਂਡ ਕਰਦਾ ਜਦੋਂ ਤੁਸੀਂ ਇੰਟਰਮਿਟੈਂਟ ਫਾਸਟਿੰਗ ਤੋਂ ਨਾਰਮਲ ਪੈਟਰਨ ਤੇ ਸ਼ਿਫਟ ਕਰਦੇ ਹੋ। ਬਟ ਤੁਹਾਡੇ ਹਿਸਾਬ ਨਾਲ ਕੀ ਹੈ ਇੰਟਰਮਿਟੈਂਟ ਫਾਸਟਿੰਗ? ਇੰਟਰਮਿਟੈਂਟ ਫਾਸਟਿੰਗ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਇੱਕ ਵਿੰਡੋ ਮੇਨਟੇਨ ਕਰਨੀ ਪੈਂਦੀ ਹੈ, ਜਿਹਦੇ ਵਿੱਚ ਆਪਾਂ ਕੋਈ ਵੀ ਵਿੰਡੋ ਹੋ ਸਕਦੀ ਹੈ, ਜਿੱਦਾਂ ਕਿ 12 ਘੰਟੇ ਆਪਾਂ ਖਾਣਾ ਖਾ ਲਿਆ ਤੇ ਨੈਕਸਟ 12 ਆਵਰਸ ਵੀ ਆਰ ਨਾਟ ਸਪੋਜ਼ਡ ਟੂ ਈਟ ਐਨੀਥਿੰਗ, ਜਾਂ ਕੋਈ ਫੋਲੋ ਕਰਦਾ 14 ਆਵਰਸ 14 to 10 ਰੇਸ਼ੋ ਫੋਲੋ ਕਰਦਾ। ਤਾਂ ਇੰਟਰਮਿਟੈਂਟ ਜਿਹੜੀ ਫਾਸਟਿੰਗ ਹੈ ਉਹਦੀ ਡਿਫਰੈਂਟ ਵਿੰਡੋਜ਼ ਹੈਗੀਆਂ, ਤਾਂ ਉਹ ਪੈਟਰਨ ਚੇਂਜ ਹੁੰਦਾ ਰਹਿੰਦਾ ਵਿਦ ਟਾਈਮ, ਜਾਂ ਕਿਸੇ ਨੂੰ ਕੋਈ ਕਿਹੜਾ ਪੈਟਰਨ ਸੂਟ ਕਰਦਾ
ਤਾਂ ਉਹ ਫੋਲੋ ਕਰਦੇ ਨੇ। ਮੇਰੇ ਖਿਆਲ ਭਾਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਤੁਸੀਂ ਉਹੀਓ ਪੈਟਰਨ ਫੋਲੋ ਕਰਨਾ ਚਾਹੀਦਾ ਜਿਹੜਾ ਤੁਸੀਂ ਲਾਈਫ ਲੌਂਗ ਫੋਲੋ ਕਰ ਸਕਦੇ ਹੋ। ਅੱਜ ਹਾਂਜੀ। ਤੁਸੀਂ ਇੰਟਰਮਿਟੈਂਟ ਫਾਸਟਿੰਗ ਕਰਕੇ ਤੁਸੀਂ weight ਘਟਾ ਲਿਆ, ਹਾਂਜੀ ਬਟ ਜਿੱਦਾਂ ਹੀ ਤੁਸੀਂ ਛੱਡਦੇ ਹੈਗੇ ਉਹ weight obviously ਰੀਬਾਊਂਡ ਕਰ ਜਾਂਦਾ ਹੈ, ਕਿਉਂਕਿ ਹਾਂਜੀ ਤੁਸੀਂ ਇੱਕ ਪੈਟਰਨ ਫੋਲੋ ਕਰ ਰਹੇ ਹੋ। ਹੁਣ ਤੁਸੀਂ ਹਟ ਜਾਓਗੇ ਤੇ ਫਿਰ ਹਾਂਜੀ obviously ਤੇ ਬਿਲਕੁਲ। I think it's a very good suggestion for all that one should follow whatever they can follow for their life, which is very good. ਭਾਜੀ ਪਹਿਲੇ ਟਾਈਮ 'ਚ ਹੁੰਦਾ ਸੀ ਕਿ ਵਿਮਨ ਦੇ ਹਾਰਮੋਨਲ ਇਸ਼ੂਜ਼ ਹੁੰਦੇ ਸੀ, ਬਟ ਅੱਜ ਦੀ ਡੇਟ ਵਿੱਚ we hear a lot of stories about men also having hormonal imbalances. So ਕੀ ਤੁਸੀਂ suggest ਕਰਦੇ ਹੋ ਉਹਨਾਂ ਦੇ ਨਾਲ? ਜਦੋਂ ਹਾਰਮੋਨਸ ਦੀ ਗੱਲ ਆਉਂਦੀ ਹੈ ਤਾਂ ਫੀਮੇਲਸ ਆ ਜਿਹੜੀਆਂ ਉਹ ਓਪਨਲੀ ਡਿਕਲੇਅਰ ਕਰਦੇ ਨੇ ਕਿ ਸਾਨੂੰ ਹਾਰਮੋਨਲ ਇਸ਼ੂਜ਼ ਹੋ ਰਹੇ ਹਨ, ਹਾਂਜੀ। ਬਟ ਜਦੋਂ ਮੇਲਸ ਦੀ ਗੱਲ ਆਉਂਦੀ ਹੈ ਬਿਕੋਜ਼ ਆਫ देयर ਮੇਲ ਈਗੋ ਉਹ ਡਿਕਲੇਅਰ ਨਹੀਂ ਕਰਦੇ, ਉਹ ਅੰਦਰੋਂ ਅੰਦਰ ਉਹਨਾਂ ਚੀਜ਼ਾਂ ਨੂੰ ਲੈ ਕੇ ਘੁੱਟਦੇ ਰਹਿੰਦੇ ਆ। ਪਰ ਜਦੋਂ ਵੀ ਕੋਈ ਵੀ ਮੇਲ ਮੇਰੇ ਕੋਲ ਆਉਂਦਾ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਪੁੱਛਦਾ ਬਿਕੋਜ਼ ਇਫ ਦੇ ਆਰ ਫੇਸਿੰਗ ਐਨੀ ਸੌਰਟ ਆਫ ਹਾਰਮੋਨਲ ਇਸ਼ੂ, ਬਿਕੋਜ਼ ਕੀ ਹੁੰਦਾ ਅਸੀਂ ਫਿਰ ਡਾਈਟ ਪੈਟਰਨ ਅਸੀਂ ਉਸ ਹਿਸਾਬ ਨਾਲ ਸੈੱਟ ਕਰਦੇ ਕਿ ਜੇ ਉਹਨਾਂ ਦੇ weight loss ਜਾਂ weight gain ਤੇ ਕੰਮ ਕਰੀਏ ਤਾਂ ਨਾਲ ਨਾਲ ਉਹਨਾਂ ਦੀ ਹਾਰਮੋਨਲ ਹੈਲਥ ਵੀ ਇੰਪਰੂਵ ਕਰੀਏ। ਬਿਕੋਜ਼ ਕੀ ਹੁੰਦਾ ਲਾਈਫ ਸਟਾਈਲ ਇੰਨਾ ਖਰਾਬ ਹੋ ਚੁੱਕਿਆ, ਆਲਮੋਸਟ 3rd ਜਾਂ 4th ਮੇਲ ਨੂੰ ਹਾਰਮੋਨਲ ਹੈਲਥ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਹਨਾਂ ਦਾ ਹਾਰਮੋਨਲ ਇੰਬੈਲੈਂਸ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਭਾਜੀ ਇੱਕ ਵਾਰੀ ਸਾਡੇ ਵਿਊਅਰਸ ਲਈ ਥੋੜਾ ਇਹ ਵੀ ਦੱਸੋ ਕਿ ਜਦ ਮੇਲਸ ਦਾ ਹਾਰਮੋਨਲ ਇਸ਼ੂਜ਼ ਜਾਂ ਇੰਬੈਲੈਂਸ ਹੁੰਦਾ ਕੀ ਉਹ ਪ੍ਰੋਸੈਸ ਦੇ ਵਿੱਚ? ਜਦੋਂ ਕੋਈ ਵੀ ਹੈਲਥ ਇਸ਼ੂ ਹੁੰਦਾ ਹੈ ਉਹਦੀ ਜਿਹੜੀ ਫਾਊਂਡੇਸ਼ਨ ਹੈਗੀ ਹੈ ਉਹ ਸ਼ੁਰੂ ਹੁੰਦੀ ਹੈ ਆਪਣੀ ਈਟਿੰਗ ਹੈਬਿਟਸ ਤੋਂ। ਜਦੋਂ ਤੱਕ ਆਪਣੀ ਈਟਿੰਗ ਹੈਬਿਟਸ ਠੀਕ ਹੈ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ, ਬਟ ਜਦੋਂ ਆਪਣਾ ਈਟਿੰਗ ਪੈਟਰਨ ਖਰਾਬ ਹੋਣਾ ਸ਼ੁਰੂ ਹੁੰਦਾ ਉਹਦਾ ਸਭ ਤੋਂ ਵੱਡਾ ਜਿਹੜਾ ਇੰਪੈਕਟ ਪੈਂਦਾ ਉਹ ਹਾਰਮੋਨਸ ਤੋਂ ਪੈਂਦਾ। ਹਾਂਜੀ। ਜਿਵੇਂ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਸੀਗੇ, ਉਹਨਾਂ ਦਾ ਗਰੋਥ ਹਾਰਮੋਨ ਹੈ which is responsible for the growth whether it is teenager whether it is adult ਵਿੱਚ ਉਹਨਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ ਤੇ ਟੀਨੇਜਰਸ ਉਹਨਾਂ ਦੀ ਗਰੋਥ ਦਾ ਕੰਮ ਕਰਦਾ ਹੈ। ਤੇ ਜਦੋਂ ਆਪਾਂ ਫਾਸਟ ਫੂਡ ਦੀ ਐਡਿਕਸ਼ਨ ਹੋ ਜਾਂਦੀ ਹੈ ਜਾਂ ਆਪਾਂ ਫਾਸਟ ਫੂਡ ਤੇ ਡਿਪੈਂਡੈਂਟ ਹੋ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ GH ਹੁੰਦਾ ਉਹਦੀ ਰੇਸ਼ੋ ਘਟਣੀ ਸ਼ੁਰੂ ਹੋ ਜਾਂਦੀ ਹੈ। ਤੇ GH ਭਾਜੀ ਕੀ ਹੁੰਦਾ? ਗਰੋਥ ਹਾਰਮੋਨ। ਅੱਛਾ, ਗਰੋਥ ਹਾਰਮੋਨ। ਹਾਂਜੀ। ਬਟ ਉਹ ਅਡਲਟਸ ਤੋਂ ਵੀ ਕੰਮ ਮਤਲਬ ਉਹਦਾ ਕੰਮ ਹੁੰਦਾ ਅਡਲਟਸ ਦੇ ਵਿੱਚ ਵੀ? ਉਹ ਤਾਂ ਜਿਹੜਾ ਗਰੋਥ ਹਾਰਮੋਨ ਹੈ ਨਾ ਇਟ ਇਜ਼ ਐਕਟਿਵ ਥਰੂ ਆਊਟ ਦਾ ਲਾਈਫ। ਤੇ ਗਰੋਥ ਹਾਰਮੋਨ ਨੂੰ ਐਕਟਿਵ ਕਰਨ ਵਾਸਤੇ ਸਭ ਤੋਂ ਪਹਿਲਾਂ ਇੰਪੋਰਟੈਂਟ ਹੈਗੀ ਸਲੀਪ। ਜਦੋਂ ਆਪਾਂ ਰਾਤ ਦੀ ਨੀਂਦ ਲੈਂਦੇ ਆ ਉਦੋਂ ਸਭ ਤੋਂ ਜ਼ਿਆਦਾ ਐਕਟਿਵ ਹੁੰਦਾ ਹੈ। ਐਡਲਟਸ ਵਿੱਚ ਕੀ ਹੁੰਦਾ ਉਹ ਇਨਫਲੇਮੇਸ਼ਨਸ ਨੂੰ ਫਾਈਟ ਕਰਦਾ, ਉਹਨਾਂ ਦਾ ਰਿਪੇਅਰ ਜਿਹੜਾ ਪ੍ਰੋਸੈਸ ਹੈ ਉਹ ਸਾਰਾ ਗਰੋਥ ਹਾਰਮੋਨ ਤੇ ਡਿਪੈਂਡੈਂਟ ਹੁੰਦਾ। ਓਕੇ। ਤੇ ਮੈਂ ਉਹੀਓ ਚੈੱਕ ਕਰ ਰਿਹਾ ਭਾਜੀ ਕਿ ਇੰਬੈਲੈਂਸਸ ਜਿਹੜੇ ਹੁੰਦੇ ਹੈ ਉਹ ਕਿੱਦਾਂ ਦੇ ਹੁੰਦੇ ਮੇਲਸ ਦੇ ਵਿੱਚ, ਕੀ ਹੋ ਜਾਂਦਾ ਉਹਨਾਂ ਨੂੰ? ਮੇਲਸ ਵਿੱਚ ਜਿਹੜਾ ਇੰਬੈਲੈਂਸ ਹੁੰਦਾ ਹੈ ਇਟ ਇਜ਼ ਰਿਲੇਟਡ ਟੂ ਟੈਸਟੋਸਟੇਰੋਨ। ਓਕੇ। ਜਦੋਂ ਅਸੀਂ ਰਿਪੋਰਟਸ ਦੇਖਦੇ ਹਾਂ ਮੈਕਸਿਮਮ ਮੇਲਸ ਦੀ ਜਿਹੜੀ ਟੈਸਟੋਸਟੇਰੋਨ ਹੈਲਥ ਆ ਬਹੁਤ ਘੱਟ ਹੈ। ਇਸ ਕਰਕੇ ਉਹਨਾਂ ਨੂੰ ਡੇਲੀ ਲਾਈਫ ਵਿੱਚ ਫਟੀਗ ਵੀ ਫੀਲ ਹੁੰਦਾ, ਐਨਰਜੈਟਿਕ ਵੀ ਨਹੀਂ ਫੀਲ ਹੁੰਦਾ ਤੇ weight loss 'ਚ ਵੀ ਉਹਦਾ ਬਹੁਤ ਪ੍ਰੋਬਲਮ ਆਉਂਦੀ ਹੈ ਉਹਦੇ ਕਰਕੇ। ਭਾਜੀ ਥੋੜਾ ਹੁਣ ਇਹਦੇ ਬਾਰੇ ਐਲੈਬੋਰੇਟ ਅਸੀਂ ਗੱਲ ਕਰਦੇ ਹਾਂ, ਕਿੰਨਾ ਲੈਵਲ ਤੁਹਾਡੇ ਹਿਸਾਬ ਨਾਲ ਠੀਕ ਹੋਣਾ ਚਾਹੀਦਾ ਹੈ? ਵੈਸੇ ਜਿਹੜਾ ਲੈਵਲ ਹੈ ਐਟਲੀਸਟ 300 to 400 ਤਾਂ ਹੋਣਾ ਚਾਹੀਦਾ। ਤੇ ਉਹ ਅੱਜ ਕੱਲ ਕੀ ਹੈਗਾ ਉਹਨਾਂ ਦਾ, ਮਤਲਬ ਮੈਨਸ ਦਾ ਕੀ ਚੱਲ ਰਿਹਾ ਹੈ? ਕਾਫੀ ਜਣਿਆਂ ਦਾ 300 ਤੋਂ ਘੱਟ ਹੁੰਦਾ, 200 ਵੀ ਹੁੰਦਾ ਐਂਡ ਆਈ ਹੈਵ ਸੀਨ ਰਿਪੋਰਟਸ ਜਿੱਥੇ ਉਹਨਾਂ ਦਾ 100 to 150 ਵੀ ਹੁੰਦਾ। ਤਾਂ ਉਹਨਾਂ ਦਾ ਜਿਹੜਾ ਇੰਪੈਕਟ ਹੁੰਦਾ ਆਉਣ ਵਾਲੇ ਟਾਈਮ ਤੇ ਫਰਟੀਲਿਟੀ ਇਸ਼ੂਜ਼ ਤੇ ਵੀ ਬਹੁਤ ਜ਼ਿਆਦਾ ਇੰਪੈਕਟ ਪੈਂਦਾ। ਤੇ ਕੋਈ ਤੁਹਾਡੀ ਐਡਵਾਈਸ ਕਿਸ ਤਰ੍ਹਾਂ ਉਹ ਟੈਸਟੋਸਟੇਰੋਨ ਲੈਵਲ ਆਪਣਾ ਜਿਹੜਾ ਹੈਗਾ ਵਧਾ ਸਕਦੇ ਹਾਂ? देयर शुड बी ऑप्टिमम अमाउंट ऑफ प्रोटीन इन दी डाइट। ਓਕੇ। ਠੀਕ ਹੈ, ਉਸ ਤੋਂ ਬਾਅਦ ਆਪਣੀਆਂ ਦੇਸੀ ਹਰਬਸ ਬਹੁਤ ਆਉਂਦੀਆਂ ਜਿੱਦਾਂ ਫੈਨੋਗ੍ਰਿਕ ਸੀਡਸ ਹੋ ਗਏ, ਠੀਕ ਹੈ, ਗਾਰਲਿਕ ਹੋ ਗਿਆ, ਅਸ਼ਵਗੰਧਾ ਹੋ ਗਿਆ। ਇਹਨਾਂ ਚੀਜ਼ਾਂ ਨਾਲ ਹਾਰਮੋਨਲ ਹੈਲਥ ਬਹੁਤ ਇੰਪਰੂਵ ਹੁੰਦੀ ਹੈ। ਭਾਜੀ ਅਸ਼ਵਗੰਧਾ ਮਤਲਬ ਉਹ ਸਪਲੀਮੈਂਟ 'ਚ ਆਉਂਦਾ ਹੈ ਕਿ ਉਹ ਨੈਚੁਰਲ ਫੂਡ 'ਚ ਆਉਂਦਾ ਅੱਜ ਕੱਲ੍ਹ? ਆਉਂਦਾ ਤਾਂ ਸਪਲੀਮੈਂਟ ਫਾਰਮ 'ਚ ਬਟ ਉਹ ਆਯੁਰਵੈਦਿਕ ਹੈ। ਤਾਂ ਆਯੁਰਵੈਦਿਕ ਚੀਜ਼ ਹੈ, ਤੁਹਾਡਾ ਜੈਨੂਅਨ ਹੋਣਾ ਚਾਹੀਦਾ। ਯੂ ਕੈਨ ਐਡ ਇਟ ਇਨ ਯੂਰ ਡਾਈਟ ਔਨ ਡੇਲੀ ਬੇਸਿਸ, ਬਟ ਇਹ ਨਹੀਂ ਹੈਗਾ ਕਿ ਤੁਸੀਂ ਸਾਰੀ ਡਿਪੈਂਡੈਂਸੀ ਸਪਲੀਮੈਂਟਸ ਤੇ ਕਰ ਦਿਓ। ਮੇਨ ਜਿਹੜਾ ਤੁਹਾਡਾ ਬੇਸ ਹੋਣਾ ਚਾਹੀਦਾ ਉਹ ਡਾਈਟ ਦਾ ਹੋਣਾ ਚਾਹੀਦਾ। ਸਪਲੀਮੈਂਟੇਸ਼ਨ ਇਜ਼ ਫॉर ਐਕਸਟਰਨਲ ਸਪੋਰਟ। ਭਾਜੀ ਅੱਜ ਕੱਲ੍ਹ ਦੋ ਤਰੀਕੇ ਨਾਲ ਸਪਲੀਮੈਂਟਸ ਨੂੰ ਮੇਰੇ ਖਿਆਲ ਬਾਈਫਰਕੇਟ ਕਰਤਾ ਹੈ।
ਇੱਕ ਤਾਂ ਹੋ ਗਏ ਨਾਰਮਲ ਸਪਲੀਮੈਂਟ, ਜਿਵੇਂ ਹੋ ਗਿਆ ਤੁਹਾਡਾ ਵੇ ਪ੍ਰੋਟੀਨ, BCAA, ਕ੍ਰੀਏਟਿਨ, L-ਕਾਰਟੀਨ, ਤੇ ਇੱਕ ਹੋ ਗਿਆ ਐਡਵਾਂਸਡ ਸਪਲੀਮੈਂਟ। ਤੁਸੀਂ ਕੀ ਇਹ ਸਾਰਾ ਕੁਝ ਸੁਜੈਸਟ ਕਰਦੇ ਹੋ? ਸਪਲੀਮੈਂਟ ਜਦੋਂ ਬਣੇ ਸੀਗੇ ਨਾ, ਤਾਂ ਉਹ ਆਪਣੀ ਪਰਫਾਰਮੈਂਸ ਇੰਪਰੂਵ ਕਰਨ ਵਾਸਤੇ ਬਣੇ ਸੀਗੇ। ਕੋਈ ਵੀ ਚੀਜ਼ ਜਿਹੜੀ ਅੱਜ ਤੱਕ ਬਣੀ ਹੈ, ਕੋਈ ਵੀ ਮਾੜੀ ਨਹੀਂ ਹੈਗੀ, ਬਟ ਡਿਪੈਂਡ ਕਰਦਾ ਤੁਸੀਂ ਉਹਨੂੰ ਯੂਜ਼ ਕਿਵੇਂ ਕਰਦੇ ਹੋ। ਅੱਜ ਕੱਲ੍ਹ ਕੀ ਹੋ ਰਿਹਾ, ਸਾਰੇ ਸਪਲੀਮੈਂਟੇਸ਼ਨ ਨੂੰ ਓਵਰਡੂ ਕਰ ਰਹੇ ਆ। ਜੇ ਤੁਸੀਂ ਕੋਈ ਵੀ ਚੀਜ਼ ਲੋੜ ਨਾਲੋਂ ਜ਼ਿਆਦਾ ਲੈ ਰਹੇ ਹੋ ਤਾਂ ਇਟ ਇਜ਼ ਗੋਇੰਗ ਟੂ ਹੈਂਪਰ ਯੂਅਰ ਹੈਲਥ, ਰਾਈਟ। ਉਹੀ ਜੇ ਤੁਸੀਂ ਉਹਨਾਂ ਦਾ ਯੂਜ਼ ਹੈ ਵਧੀਆ ਤਰੀਕੇ ਨਾਲ ਕਰੋ, 80 to 90% should be diet and 10 to 20% ਜਿਹੜੀ ਡਿਪੈਂਡੈਂਸੀ ਹੈ ਉਹ ਸਪਲੀਮੈਂਟਸ ਤੇ ਹੋਣੀ ਚਾਹੀਦੀ ਹੈ। ਉਹ ਵੀ ਸਪਲੀਮੈਂਟੇਸ਼ਨ ਉਹਨਾਂ ਵਾਸਤੇ ਬਣੇ ਹੈ, ਕੋਈ ਐਥਲੀਟ ਹੈ ਜਾਂ ਕੋਈ ਆਪਣੀ ਫਿਜ਼ੀਕ ਤੇ ਬਹੁਤ ਜ਼ਿਆਦਾ ਕੰਮ ਕਰਨਾ ਚਾਹੁੰਦਾ ਜਾਂ ਬਹੁਤ ਜ਼ਿਆਦਾ ਇੰਪਰੂਵ ਕਰਨਾ ਚਾਹੁੰਦਾ, ਸਪਲੀਮੈਂਟੇਸ਼ਨ ਉਹਨਾਂ ਵਾਸਤੇ ਬਣੀ ਹੈ। ਜੇ ਤੁਸੀਂ ਡੇਲੀ ਲਾਈਫ ਤੁਸੀਂ ਆਪਣੇ ਕੰਮ ਕਰ ਰਹੇ ਹੋ ਜਾਂ ਤੁਹਾਡਾ ਵਰਕਆਊਟ ਬਹੁਤ ਲਾਈਟ ਹੈ, ਤਾਂ ਸਪਲੀਮੈਂਟੇਸ਼ਨ ਦੀ ਲੋੜ ਨਹੀਂ ਪੈਂਦੀ। ਤੁਸੀਂ ਨੈਚੁਰਲੀ ਫੂਡ ਤੋਂ ਹੀ ਆਪਣਾ ਨਿਊਟ੍ਰੀਸ਼ਨ, ਫੂਡ ਤੋਂ ਤੁਸੀਂ ਆਪਣਾ ਜਿਹੜਾ ਉਹ ਪੂਰਾ ਕਰ ਸਕਦੇ ਹੋ ਨਿਊਟ੍ਰੀਸ਼ਨ। ਓਕੇ ਭਾਜੀ, ਮੈਂ ਜਦ ਤੁਹਾਡੇ ਬਾਰੇ ਰਿਸਰਚ ਕਰ ਰਿਹਾ ਸੀ, ਮੈਂ ਇੱਕ ਚੀਜ਼ ਹੋਰ ਦੇਖੀ, ਤੁਸੀਂ ਮਾਈਗ੍ਰੇਨ ਦੇ ਬਾਰੇ ਕੁਝ ਇਨਫੋਰਮੇਸ਼ਨ ਦੇ ਰਹੇ ਸੀ, ਤੇ ਥੋੜਾ ਉਹਦੇ ਬਾਰੇ ਦੱਸੋ। ਮਾਈਗ੍ਰੇਨ ਜਿਹੜਾ ਟ੍ਰਿਗਰ ਹੁੰਦਾ ਯੂਜੂਅਲੀ ਉਹ ਐਸਿਡਿਟੀ ਜਾਂ ਗੈਸ ਤੋਂ ਟ੍ਰਿਗਰ ਹੁੰਦਾ। ਹਾਂਜੀ, ਮੈਕਸਿਮਮ ਕੇਸਿਸ ਵਿੱਚ ਇਸੇ ਪ੍ਰੋਬਲਮ ਕਰਕੇ ਜਿਹੜੀ ਮਾਈਗ੍ਰੇਨ ਹੈ ਉਹਦੀ ਪ੍ਰੋਬਲਮ ਆ ਰਹੀ ਹੈ। ਹੁਣ ਜਦੋਂ ਆਪਾਂ ਟਾਈਮ 'ਤੇ ਖਾਣਾ ਨਹੀਂ ਖਾਣਾ ਤਾਂ ਓਬਵੀਅਸਲੀ ਤੁਹਾਡੇ ਗੈਸ ਵੀ ਬਣੂਗੀ ਅਤੇ ਐਸਿਡਿਟੀ ਵੀ ਹੋਊਗੀ, ਅਤੇ ਜਦੋਂ ਵੀ ਉਹ ਐਸਿਡਿਟੀ ਬਣਦੀ ਹੈ ਨਾਲ ਦੀ ਨਾਲ ਮਾਈਗ੍ਰੇਨ ਟ੍ਰਿਗਰ ਹੁੰਦਾ। ਜਦੋਂ ਆਪਾਂ ਟਾਈਮਲੀ ਖਾਣਾ ਸ਼ੁਰੂ ਕਰ ਦਈਏ ਤਾਂ ਮਾਈਗ੍ਰੇਨ ਦੇ ਜਿਹੜੇ ਚਾਂਸਿਸ ਆ ਬਹੁਤ ਘੱਟ ਜਾਂਦੇ।